बिस्मिल्लाहिर्रहमानिर्रहीम। अस्सलाम वालेकुम नाजरीन। लो जी जनाब, एक ज़बरदस्त और कमाल के भैंसों के फार्म पर मौजूद हूँ। ना सिर्फ फार्म कमाल का है बल्कि इस फार्म के जो मालिक हैं वो अपनी गुफ्तगू और अखलाक के लिहाज से कमाल की और ज़बरदस्त शख्सियत हैं। बुजुर्ग इंसान हैं तो 40 साल का तजर्बा रखते हैं। आज की इस वीडियो में भैंसों की खरीदारी, भैंसों के कारोबार के हवाले से जितनी भी अहम मालूमात हैं उनसे आगाही हासिल की जाएगी। मैं कोशिश करूंगा कि अच्छी भैंसों की खूबियाँ, उनकी खरीदारी के अच्छे अच्छे टिप्स, इनको क्या खिलाते पिलाते हैं, बीमारियों का क्या इलाज करते हैं, इसके अलावा इस कारोबार के हवाले से जितने भी अहम सवालात हैं उनके जवाबात हासिल किए जाएं। मैं दावे से कह सकता हूं कि जो भाई इस वीडियो को मुकम्मल देखेगा उसको इंशाअल्लाह अज़्ज़ व जल फ़ायदा ज़रूर होगा। तो यहाँ तकरीबन 70 के करीब जानवर हैं। बड़ी भैंसें 50 हैं। माशाल्लाह सेहतमंद खूबसूरत जानवर हैं। इनका फार्म, इनका शेड भी कमाल का है। तो दोस्तों, मैं इनके जानवर, फार्म और शेड इंटरव्यू के दौरान ही दिखाऊंगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। अंकल जी की हाल है? अल्लाह पाक दा करम जी, तुसीं सुनाओ जी? अल्हम्दुलिल्लाह, अल्लाह का शुक्र। सर अपना नाम दस दिओ। ना जी मेरा मोहम्मद अंसर। माशाल्लाह। अंसर साहब ਇਹ ਕਿਹੜਾ ਇਲਾਕਾ ਹੈ? ਇਹ ਜੀ ਇਲਾਕਾ ਜੇ ਪਿੰਡ ਧੰਨੇ ਵਿੱਚ ਸਿਆਲਕੋਟ ਦੇ ਇਲਾਕਾ ਜੇ ਤੇ ਨਾਲ ਪਿੰਡ ਧੰਨੇ ਫਤਿਹਗੜ੍ਹ ਜੰਸੀ ਤੋਂ ਲੈਂਦੇ ਪਾਸੇ। ਸਰ ਤੁਸੀਂ ਕਿਹੜੇ ਜਾਨਵਰ ਰੱਖੇ ਨੇ? ਅਸੀਂ ਜਾਨਵਰ ਜਨਾਬ ਮਈਆਂ ਰੱਖੀਆਂ ਜੇ, ਕੋਈ ਭੈਂਸਾਂ ਜ਼ਿਆਦਾ ਜੇ ਤੇ ਕੋਈ 3-4 ਵਿੱਚ ਗਾਈਆਂ ਜੇ, ਕੋਈ ਛੋਟੇ ਛੋਟੇ ਨਾਲ ਡੰਗਰ ਜੇ ਇਹਨਾਂ ਦੇ ਬੱਚੇ ਵਿੱਚ। ਮਾਸ਼ਾਅੱਲਾ ਅਕਸਰੀਅਤ ਮੱਝਾਂ ਦੀ ਹੈ। ਕੁਝ ਲੋਕ ਗਾਵਾਂ ਵੀ ਰੱਖਦੇ ਨੇ, ਤੁਸੀਂ ਜ਼ਿਆਦਾ ਮੱਝਾਂ ਰੱਖੀਆਂ ਨੇ। ਜ਼ਿਆਦਾ ਫਾਇਦਾ ਮੱਝਾਂ ਦੇ ਕਾਰੋਬਾਰ ਵਿੱਚ ਜਾਂ ਗਾਵਾਂ ਦੇ ਕਾਰੋਬਾਰ ਵਿੱਚ? ਬਸ ਫਾਇਦਾ ਤੇ ਅੱਲਾ ਦੀ ਜ਼ਾਤ ਹੀ ਦੇਣਾ ਹੁੰਦਾ ਜੀ ਬਾਊ ਜੀ। ਜ਼ਿਆਦਾ ਜਿਹੜਾ ਵੀ ਕੰਮ ਕਰ ਲਈ ਅੱਛੀ ਨੀਅਤ ਨਾਲ ਅੱਲਾ ਨੂੰ ਯਾਦ ਕਰਕੇ, ਤੇ ਗਾਈਆਂ ਵੀ ਜਿਹੜੀਆਂ ਨੇ ਇਹ ਵੀ ਅੱਲਾ ਦਾ ਮਾਲ, ਇਹਨਾਂ 'ਚ ਵੀ ਫਾਇਦਾ ਬੜਾ। ਅੱਛੇ ਤਰੀਕੇ ਨਾਲ ਸਾਂਭੀਏ ਸੁੰਭੀਏ, ਮਿਹਨਤ ਬਸ ਗੱਲ ਤੇ ਮਿਹਨਤ ਕਰਨ ਦੀ ਹੈ। ਤੇ ਜਿਹੜੀਆਂ ਮੱਝਾਂ ਨੇ ਇਹਨਾਂ ਵੀ ਮਿਹਨਤ ਕਰੀਏ, ਜਿੰਨੀ ਮਿਹਨਤ ਕਰੀਏ ਉਨਾ ਹੀ ਅੱਲਾ ਤਾਲਾ ਬਰਕਤ ਪਾ ਦਿੰਦਾ। ਬਰਕਤ ਅੱਲਾ ਨੇ ਪਾਣੀ ਹੁੰਦੀ ਹੈ ਤੇ ਮਿਹਨਤ ਦੀ ਲੋੜ ਹੁੰਦੀ ਹੈ। ਇਹ ਕੰਮ ਜੀ ਮਿਹਨਤ ਵਾਲਾ ਹੀ ਜ਼ਿਆਦਾ, ਜਿੰਨੀ ਵੀ ਮਿਹਨਤ ਕਰੀਏ ਉਨਾ ਹੀ। ਸਰ ਤੁਹਾਡੇ ਕੋਲ ਜਿਹੜੀਆਂ ਮੱਝਾਂ ਨੇ ਕਿਹੜੀ ਨਸਲ ਦੀਆਂ ਨੇ? ਨਸਲ ਤੇ ਜੱਟ ਬੰਦੇ ਜੇ ਏਡੀ ਕੋਈ ਜ਼ਿਆਦਾ ਨਹੀਂ ਪਤਾ ਤੇ ਜੋ ਤੋਂ ਨਹੀਂ ਲੈਂਦੇ ਜੀ ਅਸੀਂ ਕਿ ਨਾ ਨੀਲੀ ਵਾਲੇ ਪਾਸੇ ਵੀ ਬੁਰੇ ਵਿਹਾੜੀ ਵੱਲੋਂ ਜਾ ਕੇ ਨਾ ਤੇ ਨੀਲੀ ਲੰਘ ਕੇ ਗੱਗੋ ਮੰਡੀ ਹੈ, ਨੀਲੀ ਹੈ, ਇਹ ਸਾਰੇ ਲੰਘ ਕੇ ਜਾਂਦੇ ਆ। ਕਦੀ ਇੱਥੋਂ ਲੱਭ ਜਾਂਦੀ ਹੈ, ਕਦੀ ਕੋਈ ਇੱਥੇ ਆ ਜਾਏ ਚੰਗੀ ਮਾਝ ਤੇ ਇੱਥੋਂ ਲੈ ਲਈਦੀ ਹੈ। ਵਪਾਰੀ ਸ਼ਪਾਰੀ ਲੈ ਕੇ ਆਉਂਦੇ ਨੇ, ਨਹੀਂ ਤੇ ਜ਼ਿਆਦਾ ਅਸੀਂ ਉੱਥੇ ਜਾਂਦੇ ਹਾਂ। ਠੀਕ ਹੈ, ਨੀਲੀ ਦੇ ਇਲਾਕੇ 'ਚ ਜਾਂਦੇ ਆ? ਜੀ ਜੀ। ਉੱਥੇ ਅਸਾਂ ਕੋਈ ਇਹਨਾਂ ਦੇ ਬੱਚੇ ਜਿਹੜੇ ਕੱਟੀਆਂ ਨੇ ਉਹ ਘੱਲੀ ਦੀਆਂ ਨੇ, ਉਹ ਉੱਥੇ ਬੰਦੇ ਪਾਲ ਕੇ ਸਾਨੂੰ ਦਿੰਦੇ ਨੇ ਅੱਧ ਤੇ ਉਹਦੇ ਪੈਸੇ ਅਸੀਂ ਦੇ ਛੱਡਦੇ ਹਾਂ। ਤਾਂ ਕੱਟੀਆਂ ਲੈ ਆਉਂਦੇ ਪਾਲ ਕੇ ਦੇ ਛੱਡਦੇ ਨੇ। ਠੀਕ ਹੈ, ਮਾਸ਼ਾਅੱਲਾ। ਚੰਗੀਆਂ ਮਈਆਂ ਦੀਆਂ ਕੱਟੀਆਂ ਘੱਲੀ ਦੀਆਂ ਆ ਜਾਂਦੀਆਂ ਨੇ। ਜੇ ਉੱਥੇ ਫਿਰ ਗਿਆ ਕੋਈ ਚੰਗੀ ਮੱਝ ਲੱਭੇ ਤੇ ਉਹ ਵੀ ਲੈ ਲਈਦੀ ਹੈ। ਠੀਕ ਹੈ ਸਰ, ਤੁਹਾਡੀ ਨਜ਼ਰ ਵਿੱਚ ਚੰਗੀ ਮੱਝ ਤੁਸੀਂ ਕਿਹਨੂੰ ਕਹਿੰਦੇ ਹੋ? ਉਹਦੀ ਖੂਬੀ ਜਾਂ ਕੀ ਪਹਿਚਾਣ ਹੈ? ਪਛਾਣ ਜੀ ਇਹ ਹੁੰਦੀ ਹੈ ਕਿ ਚਲੋ ਕੋਈ ਜਿਹੜਾ ਬਰੀਕ ਸ਼ਰੀਕ ਮੱਝ ਹੁੰਦੀ ਹੈ, ਜਿਹੜੀ ਜ਼ਿਆਦਾ ਜਿਹਨਾਂ ਖਾਸ ਬੂਰੇ ਦੀ ਚੰਗੀ ਮੱਝ, ਉਹ ਜਰਾ ਕਿ ਮੈਂ ਥੋੜੀ ਬਰੀਕ ਹੁੰਦੀ ਹੈ, ਪਤਲ ਜੰਮਦੀ ਹੁੰਦੀ ਹੈ। ਤੇ ਦੂਜਾ ਇਹ ਕਿ ਥਣ ਜਿਹੜਾ ਸਿੰਘ ਪੁਛਲ ਸੋਹਣਾ ਹੁੰਦਾ, ਸਿੰਘ ਸੁੰਗ ਗੋਲ ਸਿੰਘ ਹੁੰਦਾ ਛੋਟਾ, ਤੇ ਸੋਹਣੀ ਸੋਹਣੀ ਮੈਂ ਹੁੰਦੀ ਹੈ, ਸਿੱਧੀ ਪੱਧਰੀ ਹੁੰਦੀ ਹੈ। ਤੇ ਅਸੀਂ ਚੰਗੇ ਤੇ ਕੁਛ ਚੰਗੀ ਜ਼ਿਆਦਾ ਲੱਗਦੀ ਹੈ ਜੀ ਜਿਹੜੀ ਮੱਝ ਦੁੱਧ ਦਿੰਦੀ ਹੈ। ਜੀ ਦੁੱਧ ਦੇਵੇ ਤੇ ਉਹ ਫਿਰ ਥੋੜੀ ਕੋਝੀ ਵੀ ਹੋਵੇ ਤੇ ਉਹ ਵੀ ਚੰਗੀ ਲੱਗਦੀ ਹੈ। ਗੱਲ ਇਹ ਹੁੰਦੀ ਹੈ ਕਾਰੋਬਾਰ ਜੋ ਹੋਇਆ ਸਾਡਾ ਇਹ। ਜੀ ਜੀ। ਉਹ ਕਾਰੋਬਾਰ ਦੀ ਵਜ੍ਹਾ ਨਾਲ ਫਿਰ ਜਿਹੜਾ। ਠੀਕ ਹੈ। ਤੇ ਸਰ ਅੱਜ ਕੱਲ੍ਹ ਚੰਗੀ ਮੱਝ ਕਿੰਨੇ ਦੀ ਮਿਲ ਜਾਂਦੀ ਹੈ? ਮੱਝ ਚੰਗੀ ਜਿਹੜੀ ਜਿਹਨਾਂ ਉਹ ਕੋਈ ਤਕਰੀਬਨ 2.5 ਲੱਖ ਦੀ ਮਿਲਦੀ ਹੈ। 2.5 ਲੱਖ? ਹਾਂਜੀ। ਉਸ ਤਰ੍ਹਾਂ ਤੇ ਮੁੱਲ ਜਿਹੜਾ ਜੇ ਜਾਈਏ ਨਾ ਉਹ ਤੇ ਉਹ ਤਲ ਦੇ ਲੋਕ 6 ਲੱਖ ਵੀ ਕਰ ਛੱਡਦੇ ਨੇ ਕਮਾਈ ਦਾ। ਤੇ ਉਹ ਜੇ 2.5 3 ਤੀਕਰ ਜਾਂਦਿਆਂ ਨੂੰ ਅੱਛੀ ਚੰਗੀ ਮੱਝ ਲੱਭ ਜਾਂਦੀ। ਠੀਕ। ਜਿਹੜੀ 3 ਲੱਖ ਦੀ ਮੱਝ ਹੈ ਉਹ ਕਿੰਨਾ ਕੁ ਦੁੱਧ ਦਿੰਦੀ ਹੈ? ਬਸ ਇਹ ਤੁਹਾਨੂੰ ਬਾਊ ਜੀ ਪਹਿਲਾਂ ਵੀ ਦੱਸਿਆ ਵਾ ਕਿ ਜੇ ਦੁੱਧ ਦੇਣ ਦੀ ਗੱਲ ਹੋਵੇ ਤੇ ਫਿਰ ਅੱਲਾ ਕੋਲ ਸਾਰੀ ਗੱਲ ਹੈ ਜੀ। ਕਰੇ 2 ਲੱਖ ਵਾਲੀ ਜਿਹੜੀ ਉਹ 3 ਲੱਖ ਵਾਲੀ ਨਾ ਬਹੁਤਾ ਦੇਵੇ। ਇਹ ਤੇ ਸਿਰਫ 72 ਲੱਗ ਜੇ। ਮੈਂ ਉਹਨੂੰ ਤੇ ਅੱਛੀ ਜਿਹੜੀ ਮੱਝ ਨਸਲ ਦੀ ਉਹ ਮੈਂ ਦੁੱਧ 15-16 ਕਿਲੋ ਆਮ ਪਈ ਕਰਦੀ ਹੈ। 14 ਕਿਲੋ 15 ਕਿਲੋ 16 ਕਿਲੋ ਦੁੱਧ ਕਰਦੀ ਹੈ। ਤੇ ਇਸ ਤੋਂ ਜ਼ਿਆਦਾ ਫਿਰ ਜਿਹੜੀ ਹੁੰਦੀ ਹੈ ਜੋ ਫਿਰ ਕੋਈ ਸਮਾਂ 'ਚ ਹੀ ਹੁੰਦੀ ਹੈ, ਕੋਈ ਵਿਰਲੀ ਟਾਵੀ ਜਿਹੜੀ ਹੈ ਉਹ ਕਦੀ ਲੱਭਦੀ ਹੈ, ਨਹੀਂ ਤੇ ਆਮ ਇੱਥੇ ਹੀ ਲੱਭਦੀਆਂ ਨੇ। 10-12 ਕਿਲੋ ਤੋਂ ਲੈ ਕੇ ਤੇ 15-16 ਤੱਕ। ਜੀ ਮਾਸ਼ਾਅੱਲਾ। ਸਰ ਤੁਸੀਂ ਇਹ ਜਾਨਵਰਾਂ ਦੇ ਕੰਮ ਤੋਂ ਮੁਤਮਿਨ ਹੋ? ਆ ਬਸ ਮੁਤਮਿਨ ਜੀ। ਅਸੀਂ ਪੜ੍ਹ ਬੰਦੇ ਆ, ਜੱਟ ਬੰਦੇ ਆ, ਸ਼ੁਰੂ ਤੋਂ ਲਾ ਕੇ ਕੀਤਾ ਹੀ ਇਹ ਵੇ ਤੇ ਮੁਤਮਿਨ ਹੀ। ਅੱਲਾਹ ਤਾਲਾ ਰੋਜ਼ੀ ਦਿੰਦਾ, ਮਿਹਨਤ ਅਸੀਂ ਕਰਨੇ ਆ ਤੇ ਰੋਜ਼ੀ ਅੱਲਾਹ ਦੇਣ ਵਾਲਾ। ਜੀ ਸਰ ਜ਼ਬਰਦਸਤ। ਇਹ ਦੱਸਿਓ ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਕੀ ਰੂਟੀਨ ਰੱਖੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਖੁਰਾਕ ਵਿੱਚ ਕੀ ਦਿੰਦੇ ਹੋ? ਚਵਾਈ ਕਿਸ ਟਾਈਮ ਕਰਦੇ ਹੋ? ਰੋਜ਼ਾਨਾ ਦੀ ਰੂਟੀਨ ਦੱਸ ਦਿਓ।
ਰੋਜ਼ਾਨਾ ਦੀ ਜੀ ਚੁਆਈ ਹੁੰਦੀ ਜੇ ਸਾਡੀ ਸ਼ਾਮੀ ਪਿਛਲੇ ਟਾਈਮ ਜਿਹੜਾ ਜਨਾ ਉਹ 4:30 ਵਜੇ ਤੇ ਸਵੇਰ ਤੇ ਸਵੇਰ ਵੀ ਤਕਰੀਬਨ 4:30 ਵਜੇ, ਯਾਨੀ 12 ਘੰਟੇ ਬਾਅਦ ਚੁਆਈ ਕਰਨੀ 12 ਚਾਹੀਦੀ। ਘੰਟੇ ਬਾਅਦ ਚੁਆਈ ਕਰਨੀ ਹੈ। ਤੇ ਸਵੇਰ ਦੁਪਹਿਰ ਸ਼ਾਮ ਇਹਨਾਂ ਨੂੰ ਖੁਰਾਕ ਵਿੱਚ ਕੀ ਖਿਲਾਉਂਦੇ ਹੋ? ਸਵੇਰ ਦੁਪਹਿਰ ਸ਼ਾਮ ਦੇ ਵਿੱਚ ਜ਼ਿਆਦਾ ਜੀ ਇਹ ਕੋਈ ਪੱਠਾ ਖੁਸ਼ਕ ਵੀ ਪਾਈਦਾ, ਤੂੜੀ ਵਾਲਾ ਹੁੰਦਾ, ਤੇ ਸਬਜ਼ ਪੱਠਾ ਵੀ ਜਿਹੜਾ ਨਾ ਮਿਲਾ ਕੇ ਵੀ ਪਾ ਲਈਦਾ, ਜਾਂ ਮੇਰੀ ਤੂੜੀ ਥੱਲੇ ਪਹਿਲਾਂ ਪਾ ਕੇ ਤੇ ਉੱਤੇ ਵੰਡ ਛੰਡ ਪਾ ਲਈਦਾ। ਵੰਡਾ ਹੁੰਦਾ ਜੇ ਸਾਡਾ ਕਣਕ ਦਾ ਦਲੀਆ ਤੇ ਖਾਲ ਵੜੇਵੇਂ ਦੀ, ਤੇ ਕੋਈ ਮਕਈ ਸ਼ਕਈ ਦਾ ਵਿੱਚ ਵੰਡਾ ਰਲਿਆ ਮਿਲਿਆ ਹੁੰਦਾ ਜੇ, ਕੋਈ ਕੌੜੀ ਖਾਲ ਵੀ ਪਾਈ ਦੀ ਜੇ, ਉਹ ਮਿਲਾ ਕੇ ਤੇ ਤੂੜੀ ਤੇ ਪਾ ਲਈਦਾ ਪਹਿਲਾਂ, ਤੇ ਫਿਰ ਬਾਅਦ ਚ ਸਬਜ਼ ਚਾਰਾ ਪਾ ਦਈਦਾ। ਇਹ ਰੋਜ਼ਾਨਾ ਦਾ ਇੱਕ ਜਾਨਵਰ ਨੂੰ ਕਿੰਨਾ ਵੰਡਾ ਖਿਲਾਉਂਦੇ ਹੋ? ਕੋਈ ਤਕਰੀਬਨ ਜੀ 3.5-4 ਕਿਲੋ। ਇਹ ਦੁੱਧ ਦੇਣ ਵਾਲੇ ਨਹੀਂ ਹੈ ਸਾਰਿਆਂ ਨੂੰ? ਅਸਾਂ ਤੇ ਜ਼ਿਆਦਾ ਇਕੱਠੇ ਬੰਦੇ ਨੇ, ਵਿੱਚ ਕੋਈ ਖੰਗੜੇ ਵੀ ਜਿਹੜੇ ਥੋੜਾ ਦੁੱਧ ਦਿੰਦੇ ਨੇ ਉਹ ਵੀ ਖਾ ਲੈਂਦੇ ਨੇ ਜੀ। ਹੁਣ ਜਿਹੜੇ ਜ਼ਿਆਦਾ ਦੁੱਧ ਦਿੰਦੇ ਨੇ ਉਹਨਾਂ ਨੂੰ ਜ਼ਿਆਦਾ 3-4 ਕਿਲੋ ਪਾਈਦਾ, ਜਿਹੜੇ ਥੋੜਾ ਦਿੰਦੇ ਨੇ ਉਹਨਾਂ ਨੂੰ ਕੋਈ 2 ਕਿਲੋ ਪਾਈਦਾ। ਇਹ 2 ਟਾਈਮ ਦਿੰਦੇ ਹੋ ਜਾਂ ਇੱਕ ਟਾਈਮ ਦਿੰਦੇ ਹੋ ਵੰਡਾ? ਇੱਕ ਟਾਈਮ ਹੀ ਵੰਡਾ, ਇੱਕ ਟਾਈਮ ਹੀ ਦੇਈਦਾ ਜੇ। ਇੱਕ ਜਾਨਵਰ ਰੋਜ਼ਾਨਾ ਦਾ ਕਿੰਨਾ ਸਬਜ਼ ਚਾਰਾ ਖਾਈ ਜਾਂਦਾ ਹੈ? ਉਹ ਜੀ ਕੋਈ ਵੇਖੋ ਮਾਲ ਇਕੱਠਾ ਵੇ, ਕੋਈ ਤੋਲਿਆ ਤਾਂ ਨਹੀਂ ਹੁੰਦਾ, ਤੇ ਤਕਰੀਬਨ ਕੋਈ ਮਣਕ ਚਾਰਾ ਜਿਹੜਾ ਨਾ ਮਣ ਸਵਾ ਚਾਰਾ ਖਾ ਜਾਂਦਾ ਸਬਜ਼ ਚਾਰਾ ਜਿਹੜਾ। ਤੇ ਤੂੜੀ? ਤੂੜੀ ਜਿਹੜੀ ਹੈ ਕੋਈ ਇੰਨੀ 6-7 ਕਿਲੋ, 8 ਕਿਲੋ, 6 ਕਿਲੋ ਇੰਨੀ। ਤੇ ਮਾਸ਼ਾਅੱਲਾ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਇਸ ਟਾਈਮ ਜਿਹੜੇ ਵੱਡੇ ਜਾਨਵਰ ਜੇ ਉਹ ਚ ਕੋਈ 50 ਕੁ ਜੀ, ਤੇ 20 ਕੁ ਜਾਨਵਰ ਛੋਟੇ ਜੇ। ਮਾਸ਼ਾਅੱਲਾ ਟੋਟਲ 70 ਜਾਨਵਰ ਨੇ। 70 ਜਾਨਵਰ ਹੈ। ਤੇ ਸਰ ਤੁਸੀਂ 70 ਜਾਨਵਰਾਂ ਵਾਸਤੇ ਸਬਜ਼ ਚਾਰਾ ਕਿੰਨੇ ਕਿੱਲੇ ਕਾਸ਼ਤ ਕੀਤਾ ਹੈ? ਅਸਾਂ 70 ਜਾਨਵਰ ਵਾਸਤੇ ਜੀ ਕੋਈ 8 ਤੋਂ 10 ਕਿਲੇ ਜਿਹੜਾ ਜਨਾ ਉਹ ਉਹੀ ਪੈਲੀ ਵਾਹ ਕੇ ਤੇ ਉਹਦੇ ਵਿੱਚ ਹੀ ਅੱਲਾ ਕਰਮ ਕਰੇ ਤੇ ਪੂਰਾ ਹੁੰਦਾ ਜਾਂਦਾ ਕੰਮ। ਕੋਈ ਮਿਹਨਤ ਨਾਲ ਕਰੀਦੀ ਇਹਨਾਂ ਨੂੰ ਜੀ, ਖਾਦ ਸ਼ਾਦ ਪਾਈ ਦੀ ਤੇ ਜਰਾ ਕੁ ਧਿਆਨ ਰੱਖੀਦਾ। 8-10 ਕਿਲੇ ਪੈਲੀ ਦੇ ਵਿੱਚ ਜਾਨਵਰ ਜਿਹੜੇ ਨਾ ਬੜੇ ਖੁਸ਼ ਨੇ ਮਾਸ਼ਾਅੱਲਾ। 8-10 ਕਿੱਲੇ ਕਾਫੀ ਇਹਦਾ ਮਤਲਬ ਹੈ? ਕਾਫੀ 10 ਕਿਲੇ ਪੈਲੀ ਹੈ, 10 ਕਿਲੇ ਦੇ ਵਿੱਚ ਸਾਡੇ ਜਾਨਵਰ ਖੁਸ਼ ਰਹਿੰਦੇ ਨੇ ਬੜੇ ਮਾਸ਼ਾਅੱਲਾ। ਸਰ ਰੋਜ਼ਾਨਾ ਦਾ ਇੱਕ ਜਾਨਵਰ ਤੇ ਕਿੰਨਾ ਖਰਚਾ ਆ ਰਿਹਾ ਹੈ? ਖਰਚਾ ਤੇ ਜਿਹੜਾ ਜੇ ਨਾ ਉਹ ਹੁਣ ਮਹਿੰਗਾਈ ਬੜੀ ਜੇ ਬਥੇਰਾ ਹੁੰਦਾ ਜੇ, ਕੋਈ ਤਕਰੀਬਨ 300-400 ਰੁਪਇਆ, 400-500 ਵੀ ਆ ਜਾਂਦਾ। ਠੀਕ ਹੈ, 400 ਤੋਂ ਲੈ ਕੇ 500 ਤੱਕ। 400 ਤੋਂ ਲੈ ਕੇ 500 ਤੱਕ। ਇਹਦੇ ਵਿੱਚ ਤੁਹਾਡਾ ਜਿਹੜਾ ਸਬਜ਼ ਚਾਰਾ ਉਹ ਘਰ ਦਾ ਹੈ, ਅਗਰ ਉਹ ਤੁਸੀਂ ਬਾਜ਼ਾਰੋਂ ਲਓ ਤੇ ਫਿਰ ਖਰਚਾ ਜ਼ਿਆਦਾ ਵੀ ਹੋ ਸਕਦਾ ਹੈ। ਇਹ ਸਬਜ਼ ਚਾਰੇ ਸਣੇ ਹੀ ਡਾਕਟਰ ਸਾਹਿਬ ਅਸੀਂ ਨਹੀਂ ਨਿਰਾ ਜਿਹੜਾ ਵੰਡਾ ਜੇ ਨਾ ਉਹ ਇੱਥੇ ਹੀ ਕੋਈ 300 ਦਾ ਹੀ। ਠੀਕ ਹੈ, 300-350 ਦਾ। ਕੋਈ ਅਸੀਂ ਆਪਣਾ ਗਿਣ ਕੇ ਕੋਈ ਥੋੜਾ ਜਿਹੀ ਮੋਟੀ ਮਿਸਾਲ ਤੁਹਾਨੂੰ ਦੱਸੀਏ, ਕੋਈ 150 ਦਾ ਚਾਰਾ ਜਿਹੜਾ ਲਾ ਲਓ ਸਬਜ਼ ਚਾਰਾ ਜਾਨਵਰ ਦਾ। 70 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਨੇ? 70 ਜਾਨਵਰਾਂ ਨੂੰ ਜੀ ਅਸੀਂ 5 ਬੰਦੇ ਆ। ਇਹ ਖੁਦ ਆਪਣੇ ਬੇਟੇ ਜਾਂ ਭਾਈ ਵਗੈਰਾ ਨੇ, ਕੋਈ ਮੁਲਾਜ਼ਮ ਵੀ ਨੇ? ਇੱਕ ਭਾਈ ਉਹ ਵੀ ਮੁਲਾਜ਼ਮ ਤੇ ਨਹੀਂ, ਉਹਨਾਂ ਨੂੰ ਅਸੀਂ ਆਂਦੇ ਭਾਈ ਉਹ ਵੀ ਸਾਡੇ ਨਾਲ ਬੜੇ ਅੱਛੇ ਤਲਕ ਨੇ, ਤੇ ਬਾਕੀ ਬੇਟੇ ਜੇ 4। ਮੁਲਾਜ਼ਮ ਕੋਈ ਨਹੀਂ ਰੱਖਿਆ? ਇੱਕ ਹੈ ਵਿੱਚ, ਇੱਕ ਮੁਲਾਜ਼ਮ ਹੈ, 4 ਬੇਟੇ। ਠੀਕ ਹੈ, ਬੜਾ ਸੋਹਣਾ ਅੱਛਾ ਟਾਈਮ ਗੁਜ਼ਾਰਦਾ ਜੀ ਸਰ, ਬੜਾ ਅੱਛਾ ਹੈ। ਕੁਝ ਲੋਕ ਹੁੰਦੇ ਨੇ ਕੋਈ ਸਿਰਫ ਮੁਲਾਜ਼ਮਾਂ ਤੇ ਇਨਹਿਸਾਰ ਕਰਦੇ ਨੇ ਕਿ ਆਪ ਹੀ ਟਾਈਮ ਨਹੀਂ ਦਿੰਦੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੋਗੇ? ਕੰਮ ਆਪ ਹੀ ਕਰਨ ਵਾਲਾ ਜਾਂ ਮੁਲਾਜ਼ਮਾਂ ਤੇ ਸੁੱਟ ਦੋ ਤੇ ਫਿਰ ਵੀ ਚੱਲ ਜਾਂਦਾ ਹੈ? ਇਹ ਮਸ਼ਵਰਾ ਦਿੰਦੇ ਆ ਕਿ ਜਿਹਨੇ ਮੁਲਾਜ਼ਮਾਂ ਤੇ ਨਿਰਾ ਕੰਮ ਰੱਖਣਾ ਨਾ ਉਹ ਬਿਲਕੁਲ ਨਾ ਕਰੇ ਜੀ। ਉਹ ਬਿਲਕੁਲ ਉਹਦਾ ਕੋਈ ਕੰਮ ਨਹੀਂ ਹੈ। ਜਿਹੜਾ ਬੰਦਾ ਇਹ ਮਾਲ ਹੈ ਇਹਦੇ ਵੱਲ ਧਿਆਨ, ਬੇਜ਼ਬਾਨ ਮਾਲ ਹੈ ਜੀ, ਇਹਦੇ ਨਾਲ ਨੀਮ ਸ਼ਾਮ ਇਹ ਚੰਗੀ ਤਕਲੀਫ ਨਾਲ ਹੁੰਦੀ ਹੈ, ਤੇ ਉਹ ਬਿਲਕੁਲ ਜਿਹੜਾ ਮਾਲਕ ਆਪੀ ਵਿੱਚ ਰਵੇ ਨਾ ਮਾਲ ਦੇ ਜੀ ਜੀ, ਉਹ ਬਿਹਤਰ ਰਹਿੰਦਾ ਕੰਮ, ਮਾਸ਼ਾਅੱਲਾ ਠੀਕ ਰਹਿੰਦਾ ਵੇ। ਚਲੋ ਕੋਈ ਦੇਖਭਾਲ ਕਰੇ ਤੇ ਅੱਗੋਂ ਕਰਨਾ ਅੱਲਾ ਸੋਹਣੇ ਨੇ ਕੰਮ ਹੁੰਦਾ ਜੀ। ਇਨਸਾਨ ਦੀ ਮਿਹਨਤ ਹੀ ਹੈ, ਮਿਹਨਤ ਦੀ ਹੈ। ਮਹਾਰਾਜ ਆਪ ਹੀ ਨਾ ਕਰੀਏ ਤੇ ਫਿਰ ਜੀ ਕੋਈ ਨਹੀਂ ਜੇ ਕੰਮ, ਫਿਰ ਇਹ ਕੰਮ ਕੋਈ ਨਹੀਂ, ਆਪ ਹੀ ਕਰੀਏ ਤੇ ਫਿਰ ਕੰਮ ਬੜਾ ਅੱਲਾ ਦਾ ਸ਼ੁਕਰ ਹੈ, ਰੋਟੀ ਅੱਲਾ ਦਿੰਦਾ ਪਿਆ ਤੇ ਰੱਜ ਦਾ ਤੇ ਬੰਦਾ ਹੈ ਨਹੀਂ, ਬੜੀ ਰੋਟੀ ਦਿੰਦਾ ਅੱਲਾ, ਬੜੀ ਸਾਰੀ। ਜੀ ਜੀ, ਹਾਂ ਤੇ ਹੋਰ ਬਾਕੀ ਕੋਈ ਐਸੀ ਗੱਲ ਨਹੀਂ, ਸ਼ੁਕਰ ਹੈ ਅੱਲਾ ਦਾ। ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਇਸ ਟਾਈਮ ਜਾਨਵਰ ਸਾਡੇ ਕੋਲ ਹੈ ਜੀ ਕੋਈ 35 ਕੇ, ਜਿਹੜੇ 10-15 ਕੇ ਜਾਨਵਰ ਜਿਹੜੇ ਨੇ ਉਹ ਨਹੀਂ ਦਿੰਦੇ ਦੁੱਧ ਸੂਣ ਵਾਲੇ ਨੇ। ਤੇ ਸਰ 35 ਜਾਨਵਰ ਰੋਜ਼ਾਨਾ ਦਾ ਕਿੰਨਾ ਦੁੱਧ ਦੇ ਰਹੇ ਨੇ? ਉਹ ਜੀ ਦੁੱਧ ਸਾਰਾ ਇੱਕੋ ਜਿਹਾ ਤੇ ਨਹੀਂ ਦੇ ਰਹੇ, ਦੁੱਧ ਕੋਈ ਥੋੜਾ ਦਿੰਦੀ ਹੈ, ਕੋਈ ਬਹੁਤਾ ਦਿੰਦੀ ਹੈ, ਤੇ ਸਾਰਾ ਜਿਹੜਾ ਨਾ 35 ਜਾਨਵਰਾਂ ਦਾ ਦੁੱਧ ਹੋ ਜਾਂਦਾ ਕੋਈ ਤਕਰੀਬਨ 6 ਮਣ। 6 ਮਣ? ਇਹ 2 ਟਾਈਮ ਦਾ? 2 ਟਾਈਮ। ਠੀਕ ਹੈ ਮਾਸ਼ਾਅੱਲਾ, ਯਾਨੀ 6 ਮਣ 240 ਕਿਲੋ। 240 ਕਿਲੋ। ਜਿਹੜੀ ਸਭ ਤੋਂ ਜ਼ਿਆਦਾ ਮੱਝ ਦੁੱਧ ਦੇ ਰਹੀ ਹੈ ਉਹ ਰੋਜ਼ਾਨਾ ਦਾ ਕਿੰਨਾ ਦੇ ਰਹੀ ਹੈ? ਉਹ ਇਸ ਟਾਈਮ ਤੇ ਜੀ ਕੋਈ ਮੌਸਮ ਖਰਾਬ ਹੈ, ਇਸ ਤੋਂ ਪਹਿਲਾਂ ਤੇ ਜ਼ਿਆਦਾ ਦਿੰਦੀਆਂ ਹਨ, ਤੇ ਹੁਣ ਜਿਹੜਾ ਜੇ ਨਾ ਕੋਈ 14-15 ਕਿਲੋ ਦੁੱਧ ਦੇ ਰਹੀ ਹੈ। ਮਾਸ਼ਾਅੱਲਾ, 2 ਮਹੀਆਂ 3 ਵਿੱਚ ਹੈ ਜੇ ਜਿਹੜੀਆਂ 16-15 ਕਿਲੋ ਤੋਂ ਜ਼ਿਆਦਾ ਵੀ ਦਿੰਦੀਆਂ ਨੇ, 16-17 ਕਿਲੋ ਵੀ ਕਰ। ਮਾਸ਼ਾਅੱਲਾ ਸਰ, ਕਾਫੀ ਜ਼ਿਆਦਾ ਦੁੱਧ ਹੈ। ਬਾਕੀ ਜਿਹੜਾ ਜਾਂ ਨਾ ਉਹ ਚ ਇੱਥੇ 10-12 ਕਿਲੋ, ਤੇ ਕੋਈ ਮੌਸਮ ਥੋੜਾ ਜਿਹਾ ਜਿਹੜਾ ਨਾ ਟਾਇਟ ਹੈ, ਗਰਮੀ ਸ਼ਰਮੀ ਹੈ, ਉਹਦੀ ਵਜ੍ਹਾ ਤੋਂ ਇੰਨਾ ਹੀ ਹੈ, ਕੋਈ 10-12 ਕਿਲੋ ਦੀ ਐਵਰੇਜ ਜ਼ਿਆਦਾ ਹੈ। 3-4 ਮਹੀਆਂ ਜਿਹੜੀਆਂ ਜਨਾਂ ਵਿੱਚ ਉਹ ਕੋਈ 15-16 ਕਿਲੋ ਦੀ ਐਵਰੇਜ। ਠੀਕ ਹੈ ਸਰ, ਸਾੜੂ ਤੇ ਚੰਦਰੀ ਦਾ ਕੋਈ ਦੇਸੀ ਇਲਾਜ ਦੱਸੋ।
ਦੇਸੀ ਇਲਾਜ ਤੇ ਇਹ ਡਾਕਟਰ ਸਾਹਿਬ ਅਸੀਂ ਜਿਹੜੀ ਤੇ ਦਿੰਦੇ ਜੇ ਦੇਸੀ ਥੋਮ ਜਿਹੜਾ ਜੇ ਦੁੱਧ 'ਚ ਖੀਰ ਬਣਾ ਕੇ ਵਿੱਚ ਚੀਨੀ ਪਾਈ ਦੀ ਜੀ ਥੋੜਾ ਜਿਹਾ ਨਮਕ ਪਾਈਦਾ ਤੇ ਇਹ ਦੇਈਦਾ ਤੇ ਉਸ ਤੋਂ ਬਾਅਦ ਜੇ ਇਹਦੇ ਨਾਲ ਨਾ ਕੋਈ ਹੱਲ ਹੋਵੇ ਅੱਗੇ ਤੇ ਹੋ ਜਾਂਦਾ ਸੀ ਜ਼ਿਆਦਾ ਜੀ, ਐਤਕਾਂ ਕੁਝ ਨਹੀਂ ਹੋਇਆ ਤੇ ਫਿਰ ਉਸ ਤੋਂ ਬਾਅਦ ਇਹ ਤੇਲ ਜੇ ਸਰੋਂ ਦਾ ਤੇ ਵਿੱਚ ਹਲਦੀ ਮਲਾਈ ਦੀ ਠੀਕ ਹੈ, ਉਹ ਦੇ ਦੇਈਦਾ ਤੇ ਉਹਦੇ ਨਾਲ ਬਿਹਤਰ ਹੋ ਜਾਂਦਾ ਸੀ। ਠੀਕ ਹੈ। ਸਾੜੂ ਤੇ ਚੰਦਰੀ ਵਾਸਤੇ ਇਹ ਸੇਮ ਹੀ ਚੀਜ਼ ਇਸਤੇਮਾਲ ਕਰਨੀ ਹੈ, ਕੋਈ ਫਰਕ ਹੈ? ਨਹੀਂ ਸੇਮ ਹੀ ਹੈ, ਠੀਕ ਹੈ। ਸਾਡੇ ਕੋਲ ਦੇਫੀ ਦੇ ਬਾਜੀ ਗੱਲ ਠੀਕ ਹੈ। ਗਲਗੋਟੂ ਦਾ ਕੋਈ ਦੇਸੀ ਇਲਾਜ? ਗਲਗੋਟੂ ਦਾ ਨਹੀਂ ਅਸੀਂ ਜਾਣਦੇ, ਉਹ ਤਾਂ ਡਾਕਟਰੀ ਬਸ ਜਦੋਂ ਕੋ ਹੋਵੇ ਤੇ ਅੱਬਲ ਤੇ ਅੱਲਾ ਦੀ ਰਹਿਮਤ ਹੈ ਕੋਈ ਕਾਫੀ ਦੇਰ ਹੋ ਗਈ ਹੈ, ਕਦੀ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੋਈ। ਇਹ ਸੂਣ ਵਾਲੇ ਜਾਨਵਰ ਨੂੰ ਸੂਣ ਤੋਂ ਪਹਿਲੇ ਦੇਸੀ ਘਿਓ ਜਾਂ ਤੇਲ ਵਗੈਰਾ ਦਿੰਦੇ ਹੋ? ਦਿੰਦੇ ਜੇ ਕੋਈ 3-5-7 ਦਿਨ ਰਹਿੰਦੇ ਹੁਣ ਨਾ 10 ਕੁ ਦਿਨ ਜੀ, ਤੇ ਦਿੰਦੇ ਆ ਕੋਈ 2-3 ਝੋਲ ਦੇ ਛੜੀ ਦੇ ਨੇ, ਕੋਈ 2 ਕਿਲੋ ਜਾਂ 1.5 ਕਿਲੋ 2 ਕਿਲੋ ਘਿਓ ਦੇ ਛੜੀ ਦਾ। ਅਗਰ ਗਰਮੀ ਹੋਏ ਫਿਰ ਵੀ ਘਿਓ ਹੀ ਦੇਣਾ ਕਿ ਫਿਰ ਤੇਲ ਦੇਣਾ? ਫਿਰ ਉਹ ਇੱਕ ਟਾਈਮ ਥੋੜੇ ਜਿਹੇ ਨਿੰਬੂ ਦੇ ਲੈਦੇ ਜੇ ਸਵੇਰ ਜੀ, ਦੇਣਾ ਹੋਵੇ ਤੇ ਕਿਸੇ ਵੇਲੇ ਨਹੀਂ ਦੇਈਦਾ ਤੇ ਜੇ ਦੇਣਾ ਸ਼ੌਕ ਕਰੀਏ ਵੀ ਦੇਣਾ ਜ਼ਰੂਰ। ਠੀਕ ਹੈ। ਸਵੇਰ ਦੇ ਟਾਈਮ ਨਿੰਬੂ ਦੇ ਲੈਦੇ ਨੇ ਕੱਟ ਕੇ ਕੋਈ ਅੱਧਾ ਕਿਲੋ ਜੀ, ਰੋਜ਼ਾਨਾ ਦੇ ਜਾਂ 3 ਪਾ ਦੇ ਲਓ ਤੇ ਸ਼ਾਮ ਨੂੰ ਅੱਧਾ ਕਿਲੋ ਘਿਓ ਪਾ ਕੇ ਕੋਈ ਵਿੱਚ ਦੁੱਧ ਪਾਈਦਾ ਤੇ ਝੋਲ ਦੇ ਦਾ ਘਿਓ ਦੇ ਛੜੀ ਦਾ। ਫਿਰ ਵੀ ਚੰਗੀ ਮੱਝ ਜਿਹੜੀ ਹੁੰਦੀ ਹੈ ਜਿੱਥੇ ਜੇ ਸਾਨੂੰ ਜ਼ਿਆਦਾ ਸ਼ੌਕ ਹੁੰਦਾ ਕਿ ਇਹਨੂੰ ਦੇਣਾ ਜੀ, ਉਹ ਫਿਰ ਕੋਈ ਦੁੱਧ ਤੇ ਕੋਈ ਨਿੰਬੂ ਸ਼ਿੰਬੂ ਦੇ ਕੇ ਤੇ ਨਾਲ ਘਿਓ ਦੇ ਛੜੀ। ਠੀਕ ਹੋ ਗਿਆ। 2 ਕਿਲੋ ਘਿਓ ਦੇ ਛੜੀ। ਸਰ ਅਗਰ ਕੋਈ ਮੱਝ ਜਾਂ ਗਾਂ ਆਟਾ ਨਹੀਂ ਸੁੱਟਦੀ ਉਹਦਾ ਕੋਈ ਦੇਸੀ ਟੋਟਕਾ? ਜਿਹੜੀ ਸਰਦੀ 'ਚ ਨਹੀਂ ਸੁੱਟਦੀ ਉਹ ਤੇ ਅਸੀਂ ਦਿੰਦੇ ਜੇ ਉਹਨਾਂ ਨੂੰ ਕੋਈ ਗੁੜ ਤੇ ਜਿਹੜੇ ਗੰਢੇ ਜੇ ਪਿਆਜ਼ ਜਿਹਨੂੰ ਆਖਦੇ ਜੀ, ਕੋਈ ਤਕਰੀਬਨ ਕੋਈ ਕਿਲੋ ਗੰਢੇ ਦੇਈਦੇ ਨੇ, ਕੋਈ ਕਿਲੋ ਗੁੜ ਦੇਈਦਾ। ਠੀਕ ਹੈ। ਉਹ 2 ਦਿਨ ਦੇ ਕੇ ਦਈਏ ਤੇ ਧੁੱਪੇ ਛੁਪੇ ਬੰਨੀਏ ਤੇ ਆਮ ਬਹੁਤੀ ਵਾਰੀ ਸੁੱਟ ਜਾਂਦੀਆਂ ਨੇ। ਤੇ ਜਿਹੜਾ ਹੁਣ ਅੱਜ ਕੱਲ੍ਹ ਆ ਕੇ ਇਹਨਾਂ ਤੇ ਜਿਹੜੀ ਨਹੀਂ ਦੇਈਦੀ ਤੇ ਉਹਨੂੰ ਕੋਈ ਗਲਕੰਦ ਸ਼ਕੰਦ ਦੇਈਦੀ ਹੈ, ਗਲਕੰਦ ਦੇਈਦੀ ਜੇ ਗਰਮੀ 'ਚ ਗਲਕੰਦ? ਗਲਕੰਦ ਦੇਈਦੀ ਹੈ। ਠੀਕ ਹੈ। ਉਹਦੇ ਨਾਲ ਜਾਂ ਫਿਰ ਉਹਦੇ ਨਾਲ ਨਾ ਸੁੱਟੇ ਤੇ ਜਾਂ ਜ਼ਿਆਦਾ ਕੌੜੀ ਖਲ ਜਿਹੜੀ ਜੇ ਇਹ ਜ਼ਿਆਦਾ ਇਸਤੇਮਾਲ ਕਰੀਦੀ ਹੈ ਤੇ ਸੁੱਟ ਜਾਣ ਤੇ ਜੇ ਕਈ ਨਹੀਂ ਵੀ ਜੀ ਸੁੱਟਦੀਆਂ ਫਿਰ ਵੀ ਨਹੀਂ ਸੁੱਟਦੀਆਂ, ਫਿਰ ਉੱਥੇ ਸਾਡਾ ਕੋਈ ਚਾਰਾ ਨਹੀਂ ਹੁੰਦਾ। ਅੰਕਲ ਜੀ ਤੁਹਾਡਾ ਜਿਹੜਾ ਫਾਰਮ ਹੈ ਟੋਟਲ ਕਿੰਨੇ ਏਰੀਏ ਵਿੱਚ ਹੈ? ਕੋਈ 3 ਕਨਾਲਾਂ ਜਗ੍ਹਾ ਜੀ। ਤੁਸੀਂ ਇਸ ਤੋਂ ਇਲਾਵਾ ਸਾਈਡ ਤੇ ਕੱਚੀ ਜਗ੍ਹਾ ਵੀ ਰੱਖੀ ਹੈ? ਜੀ ਜੀ। ਜਾਨਵਰ ਰਾਤ ਨੂੰ ਉੱਥੇ ਬੰਨਦੇ ਹੋ? ਹਾਂਜੀ ਕੱਚੀ ਜਗ੍ਹਾ ਤੇ ਬੱਜੀ। ਉਹ ਜਿਹੜਾ ਸਾਹਮਣੇ ਸ਼ੈੱਡ ਨਜ਼ਰ ਆ ਰਿਹਾ ਉਹ ਕਿੰਨੇ ਮਰਲੇ 'ਚ ਵੇ? ਉਹ ਤੇ ਕੋਈ 10 ਕੁ ਮਰਲੇ ਚ। ਮਾਸ਼ਾਅੱਲਾ ਤੁਹਾਡਾ ਸ਼ੈੱਡ ਮੈਂ ਵੇਖਿਆ ਕਿ ਚਵਾਂ ਤਰਫਾਂ ਤੋਂ ਹਵਾਦਾਰ ਹੈ ਹਾਂਜੀ। ਕਿ ਤੁਸੀਂ ਪਿੱਲਰ ਬਣਾਏ ਨੇ ਤੇ ਉਹਦੀਆਂ ਦੀਵਾਰਾਂ ਨਹੀਂ ਬਣਾਈਆਂ ਕਿ ਯਾਨੀ ਹਵਾ ਦੀ ਗਰਮੀ ਵਿੱਚ ਆਮਦੋਰਫਤ ਸਹੀ ਰਹਿੰਦੀ ਹੈ। ਤੇ 10 ਮਰਲੇ ਵਿੱਚ ਦੱਸਿਆ? 10 ਮਰਲੇ ਚ। ਤੇ ਉਹਦੇ ਵਿੱਚ ਕਿੰਨੇ ਜਾਨਵਰ ਆ ਜਾਂਦੇ ਨੇ? ਜਾਨਵਰ ਆ ਜਾਂਦੇ ਜੇ ਕੋਈ 45-50 45-50 ਜਾਂਦੇ ਨੇ। ਤੇ ਸਰਦੀ ਵਿੱਚ ਕਿੰਜ ਇਸਤੇਮਾਲ ਕਰਦੇ ਹੋ ਉਹਨੂੰ? ਸਰਦੀ ਵਿੱਚ ਜੀ ਇਹਦੇ ਦੁਆਲੇ ਜਿਹੜਾ ਨਾ ਤਰਪਾਲ ਲਾ ਲਈ ਦੀ ਜੇ ਚਮਾ ਸਾਈਡਾਂ ਤੇ। ਠੀਕ ਹੈ। ਤੇ ਉਹ ਇੱਕ ਸਾਈਡ ਤੋਂ ਰੱਖੀ ਦੀ ਉਹ ਤਾਂ ਚੁੱਕ ਲਈਦੀ ਹੈ ਤੇ ਉਹ ਤੋਂ ਦੀ ਕੱਢ ਲਈਦੀਆਂ ਨੇ ਬਾਹਰ ਤੇ ਲਈਦੀਆਂ ਨੇ। ਜਿਹੜੀਆਂ ਦੂਜੀਆਂ ਸਾਈਡਾਂ ਹੁੰਦੀਆਂ ਨੇ ਉਹਨਾਂ ਦੇ ਪੱਕੀ ਲੱਗੀ ਦੀ ਸਰਦੀ ਵਿੱਚ 2 ਕੁ ਮਹੀਨੇ ਜਿਹੜਾ ਨਾ ਉਹ ਲੱਗੀ ਦੀ ਤੇ ਬਸ ਟਾਈਮ ਗੁਜ਼ਰ ਜਾਂਦਾ, ਅੱਛਾ ਗੁਜ਼ਰ ਜਾਂਦਾ, ਕੋਈ ਸਰਦੀ ਨਹੀਂ ਲੱਗਦੀ ਮਾਲ ਨੂੰ। ਠੀਕ ਹੈ ਸਰ, ਮਾਸ਼ਾਅੱਲਾ ਤੁਸੀਂ ਕਾਫੀ ਜ਼ਿਆਦਾ ਅੱਛੀਆਂ ਤੇ ਅਹਿਮ ਗੱਲਾਂ ਦੱਸੀਆਂ ਨੇ। ਆਖਰੀ ਗੱਲ ਦੇ ਤੌਰ ਤੇ ਆ ਦੱਸ ਦਿਓ, ਅਗਰ ਕੋਈ ਬੰਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤੁਸੀਂ ਉਹਨੂੰ ਕੀ ਮਸ਼ਵਰਾ ਦਿਓ? ਕਿੰਜ ਸ਼ੁਰੂ ਕਰ ਸਕਦਾ ਹੈ, ਕਿਹੜੇ ਜਾਨਵਰ ਲੈ, ਕਿੱਥੋਂ ਲੈ? ਆਖਰੀ ਜਿਹੜਾ ਨਾ ਅਹਿਮ ਗੱਲ ਦੇ ਤੌਰ ਤੇ ਆ ਗੱਲ ਦੱਸ ਦਿਓ। ਜਾਨਵਰ ਡਾਕਟਰ ਸਾਹਿਬ ਸਾਰੀ ਦੁਨੀਆ ਸਿਆਣੀ ਹੈ ਜੀ, ਜਿੱਥੋਂ ਵੀ ਕਿਸੇ ਨੂੰ ਲੱਭੇ ਅੱਛਾ ਬਸ ਲੈ ਲਓ, ਅੱਲਾਹ ਪਾਕ ਬਰਕਤ ਪਾਣੀ ਹੁੰਦੀ ਹੈ। ਤੇ ਚਲੋ ਇਹ ਆਪਣੀ ਨੀਅਤ ਤੇ ਕੋਸ਼ਿਸ਼ ਨਾਲ ਹੀ ਹੈ। ਅਸੀਂ ਤਾਂ ਤੁਹਾਨੂੰ ਦੱਸੀਏ ਨਾ ਅੱਗੇ ਗੱਲ ਕਿ ਅਸੀਂ ਤਾਂ ਉਹ ਤੋਂ ਲਿਆਉਂਦੇ ਜੇ ਨੀਲੀ ਆਲੂ ਬੂਰੇ ਆਲੂ। ਠੀਕ ਹੈ। ਉਹ ਤੋਂ ਜਾ ਕੇ ਲਿਆਉਂਦੇ। ਕਿਹੜੀਆਂ ਮੱਝਾਂ ਲੈ? ਸੂਈਆਂ ਲੈ, ਗੱਬਨ ਲੈ ਜਾਂ ਫੰਡਰ ਲੈ? ਨਹੀਂ ਸੂਈ ਮੈਂ ਲਵੇ। ਸੂਈ ਮੈਂ? ਸੂਈ ਮੱਝ ਲਵੇ ਉਹ ਬਿਹਤਰ ਇਹਦਾ? ਬਿਹਤਰ ਇਹਦਾ। ਸਿਰਫ ਮੱਝਾਂ ਲੈ ਜਾਂ ਕੋਈ 1-2 ਗਾਂ ਵੀ ਲੈ ਲੇ? ਗਾਂ ਵੀ ਲਵੇ ਜੀ, ਕੋਈ ਐਸੀ ਗੱਲ ਨਹੀਂ। ਗਾਈਆਂ ਵੀ ਅੱਲਾ ਦੀ ਬਰਕਤ ਹੈ, ਮਾਲ ਹੈ ਅੱਲਾ ਦਾ। ਠੀਕ ਹੈ। ਮਾਲ ਹੈ, ਅੱਛਾ ਮਾਲ ਹੈ। ਗਾਈਆਂ ਵੀ ਚੰਗੀਆਂ ਨੇ, ਜੇ ਸਿੱਖ ਖਿਦਮਤ ਕਰੇ ਤੇ ਬਸ ਗਾਈਆਂ ਨਹੀਂਆਂ ਵੀ ਬਿਹਤਰ ਨੇ। ਤੇ ਬਸ ਅੱਲਾ ਦੀ ਜ਼ਾਤ ਕੋਲ ਗੱਲ ਹੈ ਸਾਰੀ, ਅੱਲਾ ਬਿਹਤਰ ਕਰੇ ਜੀ। ਅੰਕਲ ਜੀ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਅੱਛੀਆਂ ਗੱਲਾਂ ਦੱਸੀਆਂ ਨੇ, ਕੀਮਤੀ ਗੱਲਾਂ ਦੱਸੀਆਂ ਨੇ, ਬਹੁਤ ਸ਼ੁਕਰੀਆ। ਅੱਲਾ ਹਾਫਿਜ਼।